ਕੁੜੀ ਦੇ ਨਾਲ ਸੌਦੇਬਾਜ਼ੀ ਕੀਤੀ ਕੁੜੀ ਵਾਲਿਆਂ ਦੇ ਨਾਲ ਤੇ ਕਿਹਾ ਕਿ ਸਾਨੂੰ ਇਹ ਸਾਰਾ ਸਮਾਨ ਚਾਹੀਦਾ। ਅੱਜ ਕੱਲ੍ਹ ਤਾਂ ਲਿਸਟਾਂ ਵੀ ਫੜਾ ਦਿੱਤੀਆਂ ਜਾਂਦੀਆਂ ਨੇ ਕਿ ਕਿੰਜ ਵਿਆਹ ਵਾਲੇ ਦਿਨ ਹੀ ਲਾੜਾ ਆਇਆ, ਉਸ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਚਾਹ ਪਾਣੀ ਛਕਿਆ ਤੇ ਉਸ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦੇ ਨੇ। ਕੁੜੀ ਦੇ ਰਿਸ਼ਤੇਦਾਰ ਵੀ ਸੋਚਣਗੇ ਕਿ ਕਿਹੋ ਜਿਹੇ ਭੁੱਖੇ ਲੋਕ ਨੇ ਜਿਸ ਮੰਗ ਰਹੇ ਨੇ ਹਨਾ। ਸਿਰਫ ਇਹ ਦੇਖਿਆ ਜਾਂਦਾ ਹੈ ਕਿ ਕੁੜੀ ਵਾਲੇ ਕਿੰਨਾ ਕੁਝ ਦੇ ਰਹੇ ਨੇ। ਹੁਣ ਅਜਿਹੇ ਘਰ ਦੇ ਵਿੱਚ ਕੁੜੀ ਜਾ ਕੇ ਖੁਸ਼ ਕਿਵੇਂ ਰਹਿ ਲੇਗੀ? ਤਾਂ ਕਿ ਤੁਹਾਨੂੰ ਕਿਸੇ ਚੀਜ਼ਾਂ ਦੇ ਨਾਲ ਜੁੜਨਾ ਚਾਹੀਦਾ, ਤੁਹਾਨੂੰ ਰਿਸ਼ਤਿਆਂ ਦੇ ਨਾਲ ਜੁੜਨਾ ਚਾਹੀਦਾ। ਦਾਜ ਦਹੇਜ ਦੇ ਲਈ ਇੱਕ ਦਿਨ ਛੱਡ ਕੇ ਚਲਾ ਗਿਆ, ਪੂਰੀ ਬਰਾਤ ਸਮੇਤ ਵਾਪਸ ਚਲਾ ਗਿਆ। ਉਹ ਕਿਵੇਂ ਉੱਥੇ ਕੁੜੀ ਨੂੰ ਖੁਸ਼ ਰੱਖ ਪਾਏਗਾ? ਵਿਆਹ ਤੋਂ ਪਹਿਲਾਂ ਹੀ ਇੰਨੀ ਚੀਜ਼ਾਂ ਦੀ ਮੰਗ ਕਰ ਰਹੇ ਹੋ ਜਾਂ ਫਿਰ ਐਵੇਂ ਦਾ ਬਿਹੇਵ ਕਰ ਰਹੇ ਨੇ, ਹੋ ਸਕਦਾ ਕਿ ਆਉਣ ਵਾਲੇ ਟਾਈਮ 'ਤੇ ਤੁਹਾਨੂੰ ਹੋਰ ਵੀ ਜ਼ਿਆਦਾ ਤੰਗ ਕਰਨ। ਹੋਰ ਅਜਿਹੀ ਖਬਰ ਜੋ ਕਿ ਮੁੱਦਾ ਬਣ ਚੁੱਕੀ ਹੈ ਕਿ ਆਖਿਰਕਾਰ ਵਿਆਹਾਂ ਵਾਲੇ ਦਿਨ ਵਿਆਹ ਦੇ ਵਿੱਚੋਂ ਲਾੜਾ ਹੀ ਗਾਇਬ ਹੋ ਜਾਂਦਾ ਹੈ। ਵਿਆਹ ਆਪਣੀ ਮਰਜ਼ੀ ਦੇ ਨਾਲ ਰੱਖਿਆ ਹੁੰਦਾ ਹੈ, ਪੂਰੀ ਬਰਾਤ ਵੀ ਆ ਜਾਂਦੀ ਹੈ ਕਈ ਵਾਰ, ਤੇ ਕਈ ਵਾਰ ਤਾਂ ਬਰਾਤ ਹੀ ਨਹੀਂ ਆਉਂਦੀ। ਵਿਆਹ ਦੀ ਤਾਰੀਖ ਤੈਅ ਹੋ ਜਾਂਦੀ ਹੈ, ਕੁੜੀ ਵਾਲੇ ਹਲਵਾਈ ਬਿਠਾ ਲੈਂਦੇ ਨੇ, ਰਿਸ਼ਤੇਦਾਰਾਂ ਨੂੰ ਬੁਲਾ ਲੈਂਦੇ ਨੇ, ਪਰ ਉਸ ਤੋਂ ਬਾਅਦ ਦੇਖਦੇ ਨਹੀਂ ਆ ਕੇ ਕਿ ਲਾੜਾ ਵਿਆਹ ਵਾਲੇ ਦਿਨ ਆ ਹੀ ਨਹੀਂ ਰਿਹਾ। ਆਖਿਰਕਾਰ ਕਿਉਂ ਅਜਿਹਾ ਕੀਤਾ ਜਾਂਦਾ ਹੈ ਮੁੰਡੇ ਵਾਲਿਆਂ ਦੇ ਵੱਲੋਂ? ਕਿਉਂ ਨਹੀਂ ਸੋਚਿਆ ਜਾਂਦਾ ਕਿ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਵੀ, ਘਰ ਦੇ ਵਿੱਚ ਵੀ ਕੁੜੀਆਂ ਨੇ, ਜੇਕਰ ਉਹਨਾਂ ਦੇ ਘਰ ਕੋਈ ਵਿਆਹ ਦੀ ਤਾਰੀਖ ਮਿੱਥਣ ਤੋਂ ਬਾਅਦ, ਤਿਆਰੀਆਂ ਕਰਵਾਉਣ ਤੋਂ ਬਾਅਦ ਨਾ ਆਵੇ ਤਾਂ ਕਿਹੋ ਜਿਹਾ ਲੱਗਦਾ ਹੋਣਾ। ਅਜਿਹੀਆਂ ਕਿੰਨੀਆਂ ਹੀ ਕੁੜੀਆਂ ਹੁਣ ਪੰਜਾਬ ਦੇ ਵਿੱਚ ਵੀ ਬੈਠੀਆਂ ਨੇ ਜਿਨ੍ਹਾਂ ਦੇ ਨਾਲ ਵਿਆਹ ਵਾਲੇ ਦਿਨ ਅਜਿਹਾ ਹੋਇਆ। ਇੱਕ ਮਾਮਲਾ ਤਾਂ ਅਜਿਹਾ ਸੀ ਜਿਸ ਦੇ ਵਿੱਚ ਕੁੜੀ ਦੇ ਮਾਂ-ਬਾਪ ਨਹੀਂ ਸੀ, ਚਾਚੇ ਤਾਇਆਂ ਦੇ ਵੱਲੋਂ ਮਿਲ ਕੇ ਉਸ ਦਾ ਵਿਆਹ ਕੀਤਾ ਜਾਣਾ ਸੀ, ਪਰ ਵਿਆਹ ਵਾਲੇ ਦਿਨ ਮੁੰਡਾ ਗਾਇਬ ਹੀ ਹੋ ਗਿਆ। ਜਦੋਂ ਉਸ ਨੂੰ ਬਾਰ-ਬਾਰ ਫੋਨ ਕੀਤੇ ਗਏ ਤਾਂ ਘਰ ਦੇ ਕਹਿੰਦੇ ਨੇ ਕਿ ਸਾਨੂੰ ਵੀ ਨਹੀਂ ਪਤਾ ਉਹ ਕਿੱਥੇ ਚਲਾ ਗਿਆ। ਲਾਪਤਾ ਹੋਣ ਦੀ ਗੱਲ ਕਹਿ ਦਿੱਤੀ ਜਾਂਦੀ ਹੈ, ਜਦੋਂ ਕਿ ਇਸ ਦੇ ਪਿੱਛੇ ਦਾ ਕਾਰਨ ਸੀ ਦਹੇਜ। ਹਾਂਜੀ, ਇਹੋ ਜਿਹੀ ਬਹੁਤ ਜ਼ਿਆਦਾ ਖਬਰਾਂ ਆ ਰਹੀਆਂ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਵਿਆਹ ਕਦੀ ਲਾੜਾ ਜਾਂਦਾ ਹੈ ਤੇ ਅੱਧਾ ਵਿਆਹ 'ਚ ਹੀ ਵਾਪਸ ਆ ਜਾਂਦਾ ਹੈ। ਕਈ ਹੁਣ ਵੀਡੀਓ ਵੀ ਇੱਕ ਵਾਇਰਲ ਹੋ ਰਹੀ ਹੈ, ਉਹਦੇ ਵਿੱਚ ਵੀ ਐਵੇਂ ਹੁੰਦਾ ਹੈ ਕਿ ਲਾੜਾ ਵਿਆਹ ਲਾਵਾਂ ਲੈਣ ਤੋਂ ਬਾਅਦ ਵੀ ਕੁੜੀ ਨੂੰ ਘਰ ਨਹੀਂ ਲਿਆਉਂਦਾ। ਇਹੋ ਜਿਹੇ ਬਹੁਤ ਸਾਰੀਆਂ ਤੇ ਇਹਦੇ ਵਿੱਚ ਮੇਨ ਕਾਰਨ, ਜਿੱਥੇ ਵੀ ਹਰ ਇੱਕ ਖਬਰ ਦੇ ਵਿੱਚ, ਹਰ ਇੱਕ ਜੋ ਵੀ ਵਿਆਹ ਹੈ ਉਹਦੇ ਵਿੱਚ ਮੇਨ ਕਾਰਨ ਇਹੀ ਆ ਰਿਹਾ ਕਿ ਦਾਜ ਹਨਾ। ਲੋਕ ਨਾ ਦਾਜ ਵਾਸਤੇ ਬਹੁਤ ਜ਼ਿਆਦਾ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਾਨੂੰ ਇੰਨਾ ਦਾਜ ਦਿਓ, ਸਾਨੂੰ ਇੰਨਾ ਚਾਹੀਦਾ, ਸਾਨੂੰ ਇਹ ਚਾਹੀਦਾ। ਤੇ ਜੇ ਉਹ ਖੁਆਇਸ਼ਾਂ ਉਹਨਾਂ ਦੀ ਪੂਰੀਆਂ ਨਹੀਂ ਹੁੰਦੀਆਂ ਤੇ ਉਹਨੂੰ ਰਿਸ਼ਤਾ ਨਹੀਂ ਕਰਦੇ, ਉਹ ਮਨਾ ਕਰ ਦਿੰਦੇ ਨੇ। ਤੇ ਕਈ ਵਿਆਹ ਇਹੋ ਜਿਹੇ ਨੇ ਕਿ ਉਹ ਸੋਚਦੇ ਨੇ, ਦਿਮਾਗ ਦੇ ਵਿੱਚ ਬਿਠਾਇਆ ਹੁੰਦਾ ਕਿ ਕੁੜੀ ਵਾਲੇ ਸਾਨੂੰ ਇਹ ਵੀ ਦੇ ਦੇਣਗੇ, ਸਾਨੂੰ ਕੋਈ ਵੱਡੀ ਆਈਟਮ ਦੇ ਦੇਣਗੇ ਜਾਂ ਫਿਰ ਕੋਈ ਵੱਡੀ ਚੀਜ਼ ਦੇ ਦੇਣਗੇ, ਜਾਂ ਫਿਰ ਮੇਲਨੀ ਦੇ ਵਿੱਚ ਸੋਨਾ ਪਾ ਦੇਣਗੇ, ਠੀਕ ਹੈ, ਜ਼ਿਆਦਾ ਤੋਂ ਜ਼ਿਆਦਾ। ਤੇ ਫਿਰ ਜਦੋਂ ਦਿਮਾਗ ਦੇ ਵਿੱਚ ਇਹੋ ਜਿਹੀ ਚੀਜ਼ ਉਹ ਮਿਥ ਲੈਂਦੇ ਨੇ ਕਿ ਇਹੋ ਜਿਹੀ ਚੀਜ਼ ਸਾਨੂੰ ਵਿਆਹ ਦੇ ਵਿੱਚ ਜਾ ਕੇ ਸਾਨੂੰ ਇਹ ਸਾਰੀ ਚੀਜ਼ਾਂ ਮਿਲਣਗੀਆਂ, ਤੇ ਉੱਥੇ ਜਾ ਕੇ ਉਹਨਾਂ ਨੂੰ ਨਹੀਂ ਮਿਲਦੀਆਂ। ਫਿਰ ਉਹਨਾਂ ਨੂੰ ਹੁੰਦਾ ਕਿ ਅਸੀਂ ਤਾਂ ਇਹ ਸੋਚ ਕੇ ਆਏ ਸੀ ਲੇਕਿਨ ਸਾਡੇ ਨਾਲ ਉਹ ਚੀਜ਼ ਨਹੀਂ ਹੋ ਰਹੀ। ਤੇ ਜਿਹਦੇ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਅਸੀਂ ਵਿਆਹ ਨਹੀਂ ਕਰਵਾਉਣਾ, ਸਾਨੂੰ ਹੋ ਸਕਦਾ ਕਿ ਅਸੀਂ ਕਿਤੇ ਹੋਰ ਵਿਆਹ ਕਰਵਾਈਏ ਤੇ ਸਾਨੂੰ ਇਸ ਤੋਂ ਜ਼ਿਆਦਾ ਪੈਸੇ ਮਿਲ ਜਾਣ, ਜ਼ਿਆਦਾ ਸੋਨਾ ਪਾ ਦੇਣ ਉਹ, ਤਾਂ ਕਰਕੇ ਫਿਰ ਇਹ ਜ਼ਿਆਦਾ ਲੋਕਾਂ ਦੇ ਵਿੱਚ ਇਹੋ ਜਿਹੀ ਚੀਜ਼ਾਂ ਦਿਮਾਗ ਦੇ ਵਿੱਚ ਆ ਰਹੀਆਂ। ਪਰ ਕਿਉਂ ਮੁੰਡੇ ਵਾਲੇ ਸੋਚਦੇ ਨੇ ਕਿ ਅਸੀਂ ਦੂਸਰੇ ਤੋਂ ਲੈ ਕੇ ਖਾ ਲਈਏ, ਦੂਸਰੇ ਤੋਂ ਹੀ ਅਸੀਂ ਫ੍ਰੀ ਫੰਡ ਦੇ ਵਿੱਚ ਕੁਝ ਲੈ ਲਈਏ, ਬਸ ਵਿਆਹ ਧਰਿਆ, ਕੁੜੀ ਦੇ ਨਾਲ ਸੌਦੇਬਾਜ਼ੀ ਕੀਤੀ ਕੁੜੀ ਵਾਲਿਆਂ ਦੇ ਨਾਲ ਤੇ ਕਿਹਾ ਕਿ ਸਾਨੂੰ ਇਹ ਸਾਰਾ ਸਮਾਨ ਚਾਹੀਦਾ। ਅੱਜ ਕੱਲ੍ਹ ਤਾਂ ਲਿਸਟਾਂ ਵੀ ਫੜਾ ਦਿੱਤੀਆਂ ਜਾਂਦੀਆਂ ਨੇ। ਇਹ ਨਹੀਂ ਸੋਚਦੇ ਉਹ ਕਿ ਕੁੜੀ ਵਾਲਿਆਂ ਦਾ ਕਿੰਨਾ ਨੁਕਸਾਨ ਹੋ ਰਿਹਾ। ਜਲੰਧਰ ਦੇ ਵਿੱਚ ਵੀ ਉਹ ਸਾਰੀ ਘਟਨਾ ਸਾਹਮਣੇ ਆਈ ਤੁਹਾਡੇ ਕਿ ਕਿੰਜ ਵਿਆਹ ਵਾਲੇ ਦਿਨ ਹੀ ਲਾੜਾ ਆਇਆ, ਉਸ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਚਾਹ ਪਾਣੀ ਛਕਿਆ ਤੇ ਉਸ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦੇ ਨੇ। ਵਾਪਸ ਚਲੇ ਗਏ ਉਹਦੇ ਮੁੰਡੇ ਵਾਲੇ, ਕੁੜੀ ਵਾਲੇ ਇਕੱਲੇ ਰਹਿ ਗਏ ਤੇ ਬਾਅਦ ਦੇ ਵਿੱਚ ਪੁਲਿਸ ਦੇ ਕੋਲ ਜਾਂਦੇ ਨੇ, ਕਦੇ ਐਸਐਸਪੀ ਦਫ਼ਤਰ ਜਾਂਦੇ ਨੇ, ਦਰਖਾਸਤ ਦਿੱਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਫਿਰ ਪਤਾ ਲੱਗਿਆ ਕਿ ਮੁੰਡੇ ਵਾਲੇ ਵਾਪਸ ਆਉਂਦੇ ਨੇ ਕੁਝ ਦਿਨ ਬਾਅਦ ਅਤੇ ਕੁੜੀ ਨੂੰ ਵਿਆਹ ਕੇ ਲੈ ਜਾਂਦੇ ਨੇ। ਤੁਸੀਂ ਦੇਖਿਆ ਹੀ ਹੋਣਾ, ਉਸ ਦੇ ਵਿੱਚ ਉਹ ਕੁੜੀ ਇੰਨੇ ਵਧੀਆ ਘਰ ਦੀ, ਇੰਨੀ ਸੋਹਣੀ ਕੁੜੀ ਸੀ ਉਹ, ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਕਹਿ ਰਿਹਾ ਸੀ ਕਿ ਆਖਿਰਕਾਰ ਇਹਨਾਂ ਨੇ ਇੰਜ ਕੀਤਾ ਕਿਉਂ ਕੁੜੀ ਦੇ ਨਾਲ। ਹਾਂਜੀ, ਲੋਕਾਂ ਨੂੰ ਆਪਣੀ ਇੱਥੇ ਨਾ ਥੋੜ੍ਹੀ ਜਿਹੀ ਸੋਚ ਬਦਲਣੀ ਪੈਣੀ ਹੈ। ਲੋਕ ਨਾ ਇਹ ਸੋਚ ਰਹੇ ਨੇ ਕਿ ਜੇ ਅਸੀਂ ਵਿਆਹ ਕਰਵਾ ਰਹੇ ਹਾਂ ਤਾਂ ਸਾਨੂੰ ਇਹ ਚੀਜ਼ ਘਰ ਆਊਗੀ। ਫਿਰ ਲੋਕ ਪਹਿਲਾਂ ਹੀ ਇਹੋ ਜਿਹੀ ਚੀਜ਼ਾਂ ਸੋਚਣ ਲੱਗ ਪੈਂਦੇ ਨੇ ਤੇ ਉਹਨਾਂ ਦੇ ਕੰਨ ਦੇ ਵਿੱਚ ਹੌਲੀ ਹੌਲੀ ਕਹਿਣ ਵੀ ਲੱਗ ਪੈਂਦੇ ਨੇ ਕਿ ਸਾਨੂੰ ਇਹ ਚੀਜ਼ ਸਾਡੇ ਘਰ ਹੈ ਨਹੀਂ, ਹੈ ਨਾ। ਹੌਲੀ ਹੌਲੀ ਜ਼ਿਆਦਾ ਕਹਿਣ ਲੱਗ ਪੈਂਦੇ ਨੇ ਕਿ ਫਿਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਕਹਿ ਰਹੇ ਨੇ ਕਿ ਸਾਨੂੰ ਚੀਜ਼ ਚਾਹੀਦੀ ਹੈ ਨਾ। ਇੱਦਾਂ ਲੋਕ ਬਹਾਨੇ ਦੇ ਉਹਦੇ ਨਾਲ ਕਰਨੇ ਪੈਂਦੇ। ਲੋਕਾਂ ਨੂੰ ਇੱਥੇ ਆਪਣੀ ਸੋਚ ਬਦਲਣੀ ਪੈਣੀ ਹੈ। ਲੋਕਾਂ ਨੂੰ ਇਹ ਸੋਚਣਾ ਪੈਣਾ ਕਿ ਜੇ ਅਸੀਂ ਅੱਜ ਅਸੀਂ ਦਾਜ ਲੈਂਦੇ, ਘਰ ਅਸੀਂ ਕੁਝ ਲੈ ਕੇ ਆਉਂਦੇ, ਕੁੜੀ ਦੇ ਨਾਲ ਕੋਈ ਹੋਰ ਦਾਜ ਦੀ ਮੰਗ ਕਰਦੇ ਹਾਂ ਅਸੀਂ ਤੇ ਉਹ ਘਰੇ ਆਉਂਦਾ ਤੇ ਕੱਲ੍ਹ ਨੂੰ
ਉਹਨੂੰ ਲੈ ਕੇ ਵੀ ਹੀ ਲੜਾਈ ਝਗੜੇ ਹੋ ਸਕਦੇ ਨੇ ਕਿ ਜੇ ਤੁਸੀਂ ਇਹ ਇੱਕ ਚੀਜ਼ ਲੈ ਰਹੇ ਹੋ ਤਾਂ ਕੱਲ ਨੂੰ ਹੋ ਸਕਦਾ ਹੈ ਕੁੜੀ ਕਵੇ ਕਿ ਮੈਂ ਤੁਹਾਨੂੰ ਇਹ ਵੀ ਦਿੱਤਾ ਸੀ, ਇਹ ਵੀ ਦਿੱਤਾ ਸੀ, ਤਾਂ ਕਰਕੇ ਤੁਸੀਂ ਮੇਰੇ ਨਾਲ ਇਦਾਂ ਨਹੀਂ ਕਰ ਸਕਦੇ। ਠੀਕ ਹੈ, ਇਹਦੇ ਨਾਲ ਹੋਰ ਵੀ ਬਹੁਤ ਸਾਰੀ ਚੀਜ਼ਾਂ ਅੱਗੇ ਲੜਾਈ ਦਾ ਕਾਰਨ ਬਣ ਸਕਦੀਆਂ। ਠੀਕ ਹੈ, ਤਾਂ ਕਰਕੇ ਤੁਹਾਨੂੰ ਆਪ ਹੀ ਇਸ ਚੀਜ਼ ਨੂੰ ਰੋਕਣਾ ਪੈਣਾ। ਜਿਹੜੇ ਵੀ ਬੰਦਾ ਐਵੇਂ ਸੋਚਦਾ ਹੈ ਜਾਂ ਫਿਰ ਜਿਹੜਾ ਕਰਦਾ ਉਹ ਬਿਲਕੁਲ ਗਲਤ ਹੈ। ਤੇ ਬੰਦੇ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਵਿਆਹ ਕਰਵਾ ਰਹੇ ਹਾਂ, ਇੱਕ ਅਸੀਂ ਰਿਸ਼ਤਾ ਜੋੜ ਰਹੇ ਹਾਂ। ਰਿਸ਼ਤੇ ਦੇ ਨਾਲ ਜ਼ਰੂਰੀ ਨਹੀਂ ਕਿ ਅਸੀਂ ਕੁੜੀ ਦੇ ਨਾਲ ਹੀ ਰਿਸ਼ਤਾ ਜੋੜ ਰਹੇ ਹਾਂ, ਜਿਹੜੇ ਕੁੜੀ ਦੇ ਅੱਗੇ ਰਿਸ਼ਤੇਦਾਰ ਹੈ ਉਹਨਾਂ ਦੇ ਨਾਲ ਵੀ ਅਸੀਂ ਰਿਸ਼ਤਾ ਜੋੜ ਰਹੇ ਹਾਂ। ਤੇ ਤੁਸੀਂ ਇਹ ਸੋਚੋ ਕਿ ਜੇ ਤੁਸੀਂ ਇਦਾਂ ਕਹਿੰਦੇ ਹੋ ਤੇ ਉਹ ਕੁੜੀ ਦੇ ਰਿਸ਼ਤੇਦਾਰਾਂ ਦੇ ਵਿੱਚ ਤੁਹਾਡੀ ਕੀ ਵੈਲਿਊ ਰਹਿ ਗਈ, ਹਨਾ। ਕੁੜੀ ਦੇ ਰਿਸ਼ਤੇਦਾਰ ਵੀ ਸੋਚਣਗੇ ਕਿ ਕਿਹੋ ਜਿਹੇ ਭੁੱਖੇ ਲੋਕ ਨੇ ਕਿ ਮੰਗ ਰਹੇ ਨੇ, ਹਨਾ। ਤੇ ਕੁੜੀ ਨੂੰ ਕਿਵੇਂ ਖੁਸ਼ ਰੱਖਣਗੇ ਅਗਲੇ। ਉਹੀ ਇਹੀ ਸਵਾਲ ਮੇਰਾ ਸੀਗਾ ਕਿ ਕੁੜੀ ਖੁਸ਼ ਕਿਵੇਂ ਰਹਿ ਲੇਗੀ। ਉਹ ਘਰ ਜਿੱਥੇ ਪਹਿਲਾਂ ਹੀ ਚੀਜ਼ਾਂ ਨੂੰ ਦੇਖਿਆ ਜਾ ਰਿਹਾ, ਕੁੜੀ ਨੂੰ ਨਹੀਂ ਦੇਖਿਆ ਜਾ ਰਿਹਾ, ਇਹ ਨਹੀਂ ਦੇਖ ਰਹੇ ਕਿ ਉਹਦੇ ਵਿੱਚ ਕਿਹੜੀਆਂ ਕੁਆਲਿਟੀਜ਼ ਨੇ, ਕਿਹੜੀਆਂ ਗੱਲਾਂ ਨੇ ਕੁੜੀ ਦੇ ਵਿੱਚ, ਘਰ-ਬਾਰ ਕਿਹੋ ਜਿਹਾ। ਸਿਰਫ ਇਹ ਦੇਖਿਆ ਜਾਂਦਾ ਹੈ ਕਿ ਕੁੜੀ ਵਾਲੇ ਕਿੰਨਾ ਕੁਝ ਦੇ ਰਹੇ ਨੇ। ਹੁਣ ਅਜਿਹੇ ਘਰ ਦੇ ਵਿੱਚ ਕੁੜੀ ਜਾ ਕੇ ਖੁਸ਼ ਕਿਵੇਂ ਰਹਿ ਲੇਗੀ। ਜੇਕਰ ਆਪਾਂ ਜਲੰਧਰ ਵਾਲੀ ਹੀ ਉਦਾਹਰਣ ਲਈਏ ਤਾਂ ਲੋਕਾਂ ਨੇ ਉਦੋਂ ਹੀ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਸੀ ਕਿ ਜਿਹੜਾ ਬੰਦਾ ਦਾਜ ਦਹੇਜ ਦੇ ਲਈ ਇੱਕ ਦਿਨ ਛੱਡ ਕੇ ਚਲਾ ਗਿਆ, ਪੂਰੀ ਬਰਾਤ ਸਮੇਤ ਵਾਪਸ ਚਲਾ ਗਿਆ, ਉਹ ਕਿਵੇਂ ਉੱਥੇ ਕੁੜੀ ਨੂੰ ਖੁਸ਼ ਰੱਖ ਪਾਏਗਾ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਡਰ ਜਾ ਮਾਹੌਲ ਨਹੀਂ ਬਣ ਜਾਂਦਾ ਕੁੜੀ ਦੇ ਮਾਪਿਆਂ ਦੇ ਲਈ ਵੀ ਕੁੜੀ ਦਾ ਹੋਣਾ ਕੀ ਹੈ ਅੱਗੇ ਜਾ ਕੇ। ਹਾਂਜੀ, ਨਹੀਂ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਨਾ ਇਹ ਰੀਤੀ ਰਿਵਾਜ ਦੇ ਤੌਰ ਤੇ ਹੁੰਦਾ ਸੀ। ਲੋਕ ਮੰਗਦੇ ਨਹੀਂ ਸੀਗੇ ਕਿ ਸਾਨੂੰ ਦਾਜ ਚਾਹੀਦਾ, ਉਹ ਆਪਣੇ ਵੱਲੋਂ ਹੀ ਦਿੰਦੇ ਹੁੰਦੇ ਸੀ। ਜੋ ਉਹਨਾਂ ਦਾ ਸਰਦਾ ਬਣਦਾ ਸੀ, ਜੋ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇੰਨਾ ਕੁ ਦੇ ਸਕਦੇ ਹਾਂ, ਉਹੀ ਉਹਨਾਂ ਨੂੰ ਦਿੰਦੇ ਸੀਗੇ। ਲੇਕਿਨ ਅੱਜ ਕੱਲ੍ਹ ਲੋਕਾਂ ਦੇ ਵਿੱਚ ਨਾ ਭੁੱਖ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਲੋਕ ਇਹ ਸੋਚਣ ਲੱਗ ਪਏ ਕਿ ਸਾਡਾ ਘਰ ਬਸ ਕਿ ਅਸੀਂ ਵਿਆਹ ਨਹੀਂ ਕਰਵਾ ਰਹੇ, ਅਸੀਂ ਇੱਕ ਸੌਦਾਬਾਜ਼ੀ ਕਰ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਕਈ ਚੀਜ਼ਾਂ ਲੈ ਕੇ ਆਵੇ ਕੁੜੀ। ਬਿਲਕੁਲ, ਜਿੱਥੇ ਇੱਥੇ ਦੋ ਰਿਸ਼ਤੇ ਖਰਾਬ ਹੁੰਦੇ ਨੇ, ਪਤੀ ਪਤਨੀ ਆਪਸ ਦੇ ਵਿੱਚ ਖੁਸ਼ ਨਹੀਂ ਰਹਿ ਪਾਉਂਦੇ। ਜੇਕਰ ਹੁਣ ਮੁੰਡਾ ਅੱਜ ਚੀਜ਼ਾਂ ਨੂੰ ਤਰਜੀਹ ਦੇ ਰਿਹਾ ਹੈ ਕਿ ਸਾਨੂੰ ਕੁੜੀ ਨਹੀਂ, ਸਾਨੂੰ ਨਾਲ ਇਹ ਸਮਾਨ ਵੀ ਚਾਹੀਦਾ, ਤਾਂ ਕੱਲ ਕੁੜੀ ਨੇ ਵੀ ਉਸੇ ਘਰ ਦੇ ਵਿੱਚ ਜਾਣਾ ਤੇ ਤੁਹਾਡੀ ਸੋਚ ਤੇ ਚੱਲਦੇ ਹੋਏ ਕੱਲ ਉਹ ਵੀ ਕਹੇਗੀ ਕਿ ਮੈਨੂੰ ਤੇਰਾ ਸਾਥ ਨਹੀਂ, ਮੈਨੂੰ ਇਹ ਚਾਰ ਚੀਜ਼ਾਂ ਚਾਹੀਦੀਆਂ ਨੇ। ਫਿਰ ਲਿਆਉਣ ਦੀ ਹੈਸੀਅਤ ਨਹੀਂ ਹੁੰਦੀ, ਗੁਜ਼ਾਰਾ ਨਹੀਂ ਚੱਲਦਾ ਉਹਨੇ ਦੇ ਵਿੱਚ। ਤਾਂ ਫਿਰ ਖੁਸ਼ੀਆਂ ਜੇ ਇੱਧਰੋਂ ਚੀਜ਼ਾਂ ਦੇ ਨਾਲ ਬਣ ਰਹੀਆਂ ਨੇ ਤਾਂ ਕੁੜੀ ਵੱਲੋਂ ਵੀ ਚੀਜ਼ਾਂ ਦੇ ਨਾਲ ਹੀ ਆਪਣੀ ਖੁਸ਼ੀ ਨੂੰ ਬੰਨ੍ਹ ਲਿਆ ਜਾਂਦਾ ਹੈ। ਫਿਰ ਅੱਗੇ ਜਾ ਕੇ ਲੜਾਈ ਝਗੜੇ ਦਾ ਇਹ ਵੀ ਕਾਰਨ ਬਣਦਾ ਹੈ। ਬਾਅਦ ਦੇ ਵਿੱਚ ਭਾਵੇਂ ਮੁੰਡਾ ਕੋਈ ਗਲਤ ਕਦਮ ਚੁੱਕੇ ਜਾਂ ਫਿਰ ਕੁੜੀ, ਪਰ ਇਹ ਬਿਲਕੁਲ ਸਰਾਸਰ ਗਲਤ ਹੈ। ਹਾਲਾਂਕਿ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਦਾਜ ਦਹੇਜ ਨਹੀਂ ਲੈਣਾ ਦੇਣਾ ਚਾਹੀਦਾ, ਪਰ ਇਹ ਬਰਕਰਾਰ ਹੈ। ਭਾਵੇਂ ਇਸ ਨੂੰ ਤੋਹਫਾ ਕਹਿਣ, ਭਾਵੇਂ ਖੁਸ਼ੀ ਕਹਿਣ, ਪਰ ਕਿਸੇ ਵੀ ਨਜ਼ਰੀਏ ਦੇ ਨਾਲ ਦੇਖਿਆ ਜਾਵੇ, ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਅੱਜ ਕੱਲ੍ਹ ਤੁਸੀਂ ਚੋਰ ਮੋਰੀ ਕਹਿ ਲਓ, ਉਸ ਤਰੀਕੇ ਦੇ ਨਾਲ ਹੀ ਇਹ ਚੀਜ਼ਾਂ ਨੂੰ ਆਦਾਨ ਪ੍ਰਦਾਨ, ਇਹਨਾਂ ਦਾ ਚੀਜ਼ਾਂ ਦਾ ਲੈਣਾ ਦੇਣਾ ਕੀਤਾ ਜਾ ਰਿਹਾ ਹੈ। ਜਿਵੇਂ ਅਸੀਂ ਕਈ ਖਬਰਾਂ ਦੇਖੀਆਂ, ਕਈ ਖਬਰਾਂ ਦੇ ਵਿੱਚ ਆਇਆ ਕਿ ਮੁੰਡਾ ਜਾਂਦਾ ਹੈ, ਪੂਰੀ ਬਰਾਤ ਨੂੰ ਲੈ ਕੇ ਜਾਂਦਾ ਹੈ, ਹਨਾ, ਔਰ ਵਧੀਆ ਤਰੀਕੇ ਨਾਲ ਤਿਆਰ ਤੁਰ ਹੋ ਕੇ ਪੂਰੇ ਆਪਣੇ ਖਰਚਾ ਕਰਕੇ ਜਾਂਦਾ ਹੈ, ਹਨਾ। ਉਧਰ ਕੁੜੀ ਵਾਲੇ ਨੇ ਵੀ ਕਈ ਖਰਚਾ ਕੀਤਾ ਹੁੰਦਾ ਹੈ ਕਿ ਕਈ ਕਿਤੋਂ ਵੱਡਾ ਪੈਲੇਸ ਲੈ ਲਿਆ, ਹਲਵਾਈ ਬਿਠਾ ਲਿਆ, ਰਿਸ਼ਤੇਦਾਰ ਆ ਗਏ, ਬਹੁਤ ਜ਼ਿਆਦਾ ਉਹਨਾਂ ਨੇ ਵੀ ਖਰਚਾ ਕੀਤਾ ਹੁੰਦਾ। ਲੇਕਿਨ ਤੁਸੀਂ ਬਿਲਕੁਲ ਐਂਡ ਮੌਕੇ ਤੇ ਪਕੌੜੇ ਖਾ ਕੇ ਲਾਵਾਂ ਦੇ ਟਾਈਮ ਤੁਸੀਂ ਅੜ ਜਾਂਦੇ ਹੋ। ਠੀਕ ਹੈ, ਕਿਉਂਕਿ ਪਤਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਸੋਚ ਆਉਂਦੀ ਹੈ ਕਈ ਵਾਰੀ ਕਿ ਹੁਣ ਇਸ ਟਾਈਮ ਜੇ ਅਸੀਂ ਉਹਨਾਂ ਕੋਲ ਕੁਝ ਮੰਗ ਲਈਏ ਤਾਂ ਮਨਾ ਨਹੀਂ ਕਰ ਸਕਦੇ। ਇੱਜ਼ਤ ਦਾ ਸਵਾਲ ਹੁੰਦਾ, ਰਿਸ਼ਤੇਦਾਰ ਆਏ ਹੋਏ ਨੇ, ਸਾਨੂੰ ਵਿਆਹ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਹਰ ਹਾਲ ਦੇ ਵਿੱਚ। ਉਹਨਾਂ ਨੂੰ ਲੱਗਦਾ ਹੈ ਕਿ ਹੁਣ ਸਾਡੇ ਪਹਾੜ ਥੱਲੇ ਆ ਗਿਆ ਇਹ, ਤਾਂ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੱਬ ਲਓ। ਇਹ ਮੌਕਾ ਦੇਖਦੇ ਨੇ ਉਹ ਤੇ ਡਿਮਾਂਡ ਅਜਿਹੀ ਕਰਨਗੇ ਕਿ ਮਾਂ-ਬਾਪ ਸਿਰ ਤੇ ਹੱਥ ਧਰ ਕੇ ਬਹਿ ਜਾਂਦੇ ਨੇ। ਇਸ ਦੇ ਵਿੱਚ ਵੀ ਜਿਹੜੀ ਜਲੰਧਰ ਦੇ ਵਿੱਚ ਗੱਲ ਹੋਈ ਸੀ, ਛਾਂਪਾਂ ਮੰਗੀਆਂ ਗਈਆਂ ਸੀ 4 ਤੋਂ 5। ਔਰ ਇੱਕ ਵਿਆਹ 'ਚ ਤਾਂ ਅਸੀਂ ਦੇਖਿਆ ਜਦੋਂ ਮੁੰਡੇ ਵਾਲੇ ਨੇ ਜਦੋਂ ਸਾਰੀ ਚੀਜ਼ਾਂ ਮੰਗੀਆਂ ਲੇਕਿਨ ਕੁੜੀ ਵਾਲੇ ਨਹੀਂ ਦੇ, ਉਹਨਾਂ ਨੂੰ ਸਾਫ਼ ਹੀ ਮਨਾ ਕਰਤਾ ਤੇ ਉਹ ਘਰ ਵਾਪਸ ਆ ਗਏ। ਜਦੋਂ ਉਹਨਾਂ ਨੇ ਦੇਖਿਆ ਕਿ ਸਾਡੀ ਇੱਜ਼ਤ ਐਵੇਂ ਰੁਲ ਰਹੀ ਹੈ, ਉਦੋਂ ਵੀ ਤਾਂ ਤੁਹਾਡੀ ਇੱਜ਼ਤ ਰੁਲ ਰਹੀ ਹੈ। ਜਦੋਂ ਦੇਖਿਆ ਇੱਜ਼ਤ ਰੁਲ ਰਹੀ ਹੈ ਜਾਂ ਫਿਰ ਸਾਨੂੰ ਫੋਨ ਆ ਰਹੇ ਨੇ, ਉੱਥੇ ਕੇਸ ਪੈ ਗਿਆ, ਸਾਰਾ ਕੁਝ ਹੋ ਗਿਆ, ਹਨਾ। ਉਸ ਤੋਂ ਬਾਅਦ ਫਿਰ ਉਹ ਦੁਬਾਰਾ ਅਗਲੇ ਦਿਨ ਜਾ ਕੇ ਵਿਆਹ ਕਰਵਾ ਲਿਆ ਕਿ ਰਿਸ਼ਤੇਦਾਰ ਨਾਰਾਜ਼ ਹੋ ਗਏ ਸੀ ਵੀ ਤੁਸੀਂ ਹੁਣ ਵੀ ਤਾਂ ਵਿਆਹ ਕਰਵਾਇਆ, ਤੁਸੀਂ ਉਦੋਂ ਕਰਵਾ ਲੈਂਦੇ, ਉਦੋਂ ਰਿਸ਼ਤੇਦਾਰਾਂ ਨੂੰ ਸਮਝਾ ਦਿੰਦੇ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਨਾ ਕਿਤੇ ਲੋਕਾਂ ਨੂੰ ਸਮਝਣੀਆਂ ਪੈਣੀਆਂ। ਇਹ ਨਹੀਂ ਕਹਿ ਰਹੇ ਕਿ ਸਾਰੇ ਲੋਕ ਹੀ ਐਵੇਂ ਕਰ ਰਹੇ ਨੇ, ਲੇਕਿਨ ਬਹੁਤ ਸਾਰੇ ਲੋਕ ਜੋ ਇਹੋ ਜਿਹੇ ਨੇ ਜਿਹੜੇ ਕਿ ਬਹੁਤ ਵਧੀਆ ਤਰੀਕੇ ਨਾਲ ਵਿਆਹ ਕਰਵਾਉਂਦੇ ਨੇ, ਉਹਨਾਂ ਦਾ ਪਰਿਵਾਰ ਇੰਨਾ ਘੁਲਿਆ ਮਿਲਿਆ ਰਹਿੰਦਾ ਹੈ ਆਪਸ ਦੇ ਵਿੱਚ। ਉਹ ਫੈਮਿਲੀ, ਉਹ ਪਰਿਵਾਰ, ਉਹ ਰਿਸ਼ਤੇਦਾਰ ਹੀ ਨਹੀਂ ਹੈ ਜਿਹੜਾ ਕਿ ਤੁਹਾਡੇ ਦੁੱਖ ਹੀ ਨਹੀਂ ਸਮਝ ਸਕੇ। ਲੇਕਿਨ ਇਸ ਟਾਈਮ, ਇਸ ਮੌਕੇ ਤੇ ਤੁਹਾਨੂੰ ਬੜੇ ਹੀ ਬਿਨਾਂ ਲੈਣ ਦੇਣ ਤੋਂ ਜਾਂ ਫਿਰ ਬਿਨਾਂ ਕੋਈ ਚੀਜ਼ ਲਏ ਹੀ ਇਹ ਰਿਸ਼ਤੇ ਦੇ ਤੁਹਾਨੂੰ ਨਾਲ ਜੁੜਨਾ ਚਾਹੀਦਾ, ਨਾ ਕਿ ਤੁਹਾਨੂੰ ਕਿਸੇ ਚੀਜ਼ਾਂ ਦੇ ਨਾਲ ਜੁੜਨਾ ਚਾਹੀਦਾ, ਤੁਹਾਨੂੰ ਰਿਸ਼ਤਿਆਂ ਦੇ ਨਾਲ ਜੁੜਨਾ ਚਾਹੀਦਾ। ਲੋਕਾਂ ਨੂੰ ਆਪਸ ਦੇ ਵਿੱਚ ਇੰਨਾ ਪਿਆਰ ਬਣਾਉਣਾ ਚਾਹੀਦਾ, ਚੀਜ਼ਾਂ ਦੇ ਨਾਲ ਪਿਆਰ ਨਹੀਂ ਬਣਾਉਣਾ ਚਾਹੀਦਾ। ਸਹੀ ਕਿਹਾ ਤੁਸੀਂ, ਪਰ ਲੋਕੀ ਅੜਦੇ ਹੀ ਇਸ ਕਰਕੇ ਨੇ ਕਿ ਹੁਣ ਇਹਨਾਂ ਦੀ ਇੱਜ਼ਤ ਖਰਾਬ ਹੋਵੇਗੀ, ਅਸੀਂ ਕੁੜੀ ਵਾਲਿਆਂ ਨੂੰ ਮਜਬੂਰ ਕਰ ਦੇਵਾਂਗੇ। ਐਨ ਮੌਕੇ ਤੇ ਆ ਕੇ ਮਨਾ ਕਰਦੇ ਨੇ ਤੇ ਉੱਥੋਂ ਬਰਾਤ ਵਾਪਸ ਲੈ ਕੇ ਚਲੇ ਜਾਂਦੇ ਨੇ।
ਕਈ ਵਾਰ ਤਾਂ ਲਾੜਾ ਆਂਦਾ ਹੀ ਨਹੀਂ ਕਿਉਂਕਿ ਉਹਨਾਂ ਦੀ ਡਿਮਾਂਡਾਂ ਨਹੀਂ ਪੂਰੀਆਂ ਹੋਈਆਂ ਹੁੰਦੀਆਂ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਸ ਦਿਨ ਵਿਆਹ ਹੋ ਰਿਹਾ ਹੈ ਉਸੇ ਦਿਨ ਤੁਸੀਂ ਅਜਿਹਾ ਕਿਉਂ ਕਰਦੇ ਹੋ। ਜਿੱਥੇ ਕੁੜੀ ਦੇ ਕੋਲ ਮਾਂ-ਬਾਪ ਨਹੀਂ ਸੀ, ਚਾਚੇ ਤਾਇਆਂ ਦੇ ਵੱਲੋਂ ਵਿਆਹ ਕੀਤਾ ਜਾ ਰਿਹਾ ਸੀ ਪਿੰਡ ਦੇ ਵਿੱਚ, ਕਿੰਨੀ ਤੰਗ ਕੁੜੀ ਦੇ ਉੱਤੇ ਕਿੰਨਾ ਬੋਝ ਪਿਆ ਹੋਊਗਾ ਉਸ ਟਾਈਮ, ਪਿਆ ਹੋਣਾ ਉਹਦੇ ਉੱਪਰ ਕਿ ਮੇਰੇ ਕੋਲ ਕੋਈ ਵੀ ਨਹੀਂ ਹੈ ਇਸ ਸਮੇਂ, ਮਾਂ-ਬਾਪ ਪਹਿਲਾਂ ਹੀ ਸਿਰ ਤੇ ਨਹੀਂ ਹੈ ਤੇ ਜਿਨ੍ਹਾਂ ਦੇ ਵੱਲੋਂ ਖਰਚਾ ਹੁਣ ਕੀਤਾ ਜਾਣਾ ਸੀ ਉਹਨਾਂ ਦਾ ਵੀ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਆਹ ਵਾਲੇ ਦਿਨ ਹੀ ਇਨਕਾਰ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਪਤਾ ਹੀ ਲੱਗਿਆ ਕਿ ਘਰਦਿਆਂ ਨੂੰ ਇਹੀ ਗਿਲਾ ਸ਼ਿਕਵਾ ਸੀ ਕਿ ਦਾਜ ਦਹੇਜ ਘੱਟ ਆ ਰਿਹਾ। ਹੁਣ ਅਜਿਹਾ ਬੱਚਾ ਕਿੱਥੋਂ ਇਹਨਾਂ ਦਾਜ ਦਹੇਜ ਦੇ ਸਕਦਾ ਹੈ। ਬਿਲਕੁਲ ਉਹਦਾ ਵਿਆਹ ਹੀ ਕਰ ਰਹੇ ਸੀ, ਉਹਦੇ ਚਾਚੇ ਤਾਏ ਜੋ ਵੀ ਵਿਆਹ ਕਰ ਰਹੇ ਸੀ, ਉਹ ਇਹੀ ਵੱਡੀ ਗੱਲ ਸੀਗੀ। ਇਸ ਤੋਂ ਉਹਨਾਂ ਨੂੰ ਕਹਿੰਦੇ ਕਿ ਕਿੰਨੇ ਚੰਗੇ ਹੋਣਗੇ, ਅੱਜ ਕੱਲ੍ਹ ਤਾਂ ਕੋਈ ਨਹੀਂ ਕਰਦਾ ਇੰਨਾ ਜਿੰਨੇ ਉਹ ਕਰਦੇ ਨੇ, ਲੇਕਿਨ ਫਿਰ ਵੀ ਦੂਸਰੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜੇ ਉਹਨਾਂ ਨਾਲ ਅੱਜ ਹੋ ਰਿਹਾ ਤੇ ਤੁਹਾਡੇ ਨਾਲ ਵੀ ਕੱਲ ਨੂੰ ਹੋ ਸਕਦੀ ਹੈ ਚੀਜ਼। ਤੇ ਨਾਲੇ ਜੇ ਪਹਿਲਾਂ ਇਹ ਕੋਈ ਗੱਲ ਹੁੰਦੀ ਹੈ, ਮੈਂ ਤਾਂ ਸਾਫ਼ ਤੌਰ ਤੇ ਕਹਿਣਾ ਕਿ ਜੇ ਕੁੜੀ ਵਾਲੇ ਕੋਈ ਥੋੜੀ ਜਿਹੀ ਵੀ ਮੁੰਡੇ ਵਾਲੇ ਕਹਿੰਦੇ ਨੇ ਕਿ ਸਾਨੂੰ ਇਹ ਚੀਜ਼ ਸਾਡੇ ਘਰ 'ਚ ਨਹੀਂ ਹੈ ਜਾਂ ਫਿਰ ਥੋੜਾ ਜਿਹਾ ਵੀ ਸੰਕੇਤ ਮਿਲਦਾ, ਤੁਸੀਂ ਉਸੇ ਟਾਈਮ ਰਿਸ਼ਤਾ ਤੋੜ ਦਿਓ। ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਕੁੜੀ ਦਾ ਦੁਬਾਰਾ ਰਿਸ਼ਤਾ ਨਹੀਂ ਹੁੰਦਾ। ਅੱਜ ਕੱਲ੍ਹ ਬਹੁਤ ਲੋਕ ਸਮਝਦਾਰ ਹੈ, ਲੋਕ ਇਸ ਗੱਲ ਨੂੰ ਸਮਝਦੇ ਨੇ ਤੇ ਤਾਂ ਕਰਕੇ ਅਜਿਹੀ ਨੌਬਤ ਆਉਣ ਨਾਲੋਂ ਬਹੁਤ ਚੰਗਾ ਹੈ ਕਿ ਤੁਸੀਂ ਪਹਿਲਾਂ ਹੀ ਰਿਸ਼ਤਾ ਨਾ ਜੋੜੋ। ਕਿਉਂਕਿ ਜੇ ਅੱਜ ਤਾਂ ਨਾਲ ਵਿਆਹ ਤੋਂ ਪਹਿਲਾਂ ਹੀ ਇੰਨੀ ਚੀਜ਼ਾਂ ਦੀ ਮੰਗ ਕਰ ਰਹੇ ਹੋ ਜਾਂ ਫਿਰ ਐਵੇਂ ਦਾ ਬਿਹੇਵ ਕਰ ਰਹੇ ਨੇ, ਹੋ ਸਕਦਾ ਕਿ ਆਉਣ ਵਾਲੇ ਟਾਈਮ ਤੇ ਤੁਹਾਨੂੰ ਹੋਰ ਵੀ ਜ਼ਿਆਦਾ ਤੰਗ ਕਰਨ ਉਹ, ਹਨਾ। ਇਹ ਤਾਂ ਕਰਕੇ ਤੁਹਾਨੂੰ ਪਹਿਲਾਂ ਹੀ ਚੁਕੰਨਾ ਹੋਣਾ ਪੈਣਾ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਪਹਿਲਾਂ ਹੀ ਬੰਦੇ ਨੂੰ ਚੰਗੀ ਤਰ੍ਹਾਂ ਪਰਖ ਲਈਏ, ਠੀਕ ਹੈ, ਉਸ ਨੂੰ ਜਾਣ ਲਈਏ ਚੰਗੀ ਤਰ੍ਹਾਂ ਕਿ ਉਹ ਕਿਹੋ ਜਿਹੇ ਬੰਦੇ ਨੇ, ਕਿਹੋ ਜਿਹੀ ਫੈਮਿਲੀ ਆ ਉਹ, ਫਿਰ ਹੀ ਤੁਸੀਂ ਵਿਆਹ ਕਰਾਓ। ਜੇ ਤੁਹਾਨੂੰ ਲੱਗਦਾ ਹੈ ਫਿਰ ਤੁਸੀਂ ਸਾਫ਼ ਤੌਰ ਤੇ ਨਾ ਕਰ ਦਿਓ, ਕਿਉਂਕਿ ਕੱਲ੍ਹ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਉਹ ਹਰੇਕ ਚੀਜ਼ ਨੂੰ ਪੈਸੇ ਦੇ ਨਾਲ ਹੀ ਦੇਖ ਰਹੇ ਨੇ, ਰਿਸ਼ਤਿਆਂ ਨੂੰ ਪੈਸਿਆਂ ਦੇ ਨਾਲ ਹੀ ਨਿਭਾ ਰਹੇ ਨੇ, ਤਾਂ ਤੁਸੀਂ ਖੁਸ਼ੀ ਦੇ ਨਾਲ ਵੀ ਜੇਕਰ ਕੋਈ ਚੀਜ਼ ਲੈ ਕੇ ਜਾਓਗੇ ਤਾਂ ਉਹਦੇ ਵਿੱਚ ਵੀ ਨੁਕਸ ਕੱਢਿਆ ਜਾਂਦਾ ਹੈ ਕਿ ਇਹ ਤਾਂ 50-100 ਰੁਪਏ ਵਾਲੀ ਚੀਜ਼ ਦਿੱਤੀ, ਅਸੀਂ ਤਾਂ ਇਹਨਾਂ ਨੂੰ 500 ਰੁਪਏ ਵਾਲੀ ਚੀਜ਼ ਦਿੱਤੀ ਸੀ। ਪੈਸਿਆਂ ਦਾ ਐਵੇਂ ਹਿਸਾਬ ਕਿਤਾਬ ਰੱਖਿਆ ਜਾਂਦਾ ਕਿ ਉਸ ਦੇ ਵਿੱਚੋਂ ਰਿਸ਼ਤਾ ਖਤਮ ਹੀ ਹੋ ਜਾਂਦਾ, ਉਹਦੇ ਵਿੱਚ ਸਿਰਫ ਪੈਸਾ ਜਾਂ ਫਿਰ ਉਹ ਚੀਜ਼ ਹੀ ਮਾਇਨੇ ਰੱਖਦੀ ਹੈ ਕਿ ਅਸੀਂ ਤਾਂ ਉਸ ਬ੍ਰਾਂਡ ਦੀ ਚੀਜ਼ ਦੇ ਕੇ ਲੈ ਕੇ ਆਏ ਸੀਗੇ ਤੇ ਸਾਨੂੰ ਬ੍ਰਾਂਡ ਦੀ ਚੀਜ਼ ਹੀ ਨਹੀਂ ਦੇ ਕੇ ਜਾ ਰਹੇ। ਬਿਲਕੁਲ ਇਹ ਸਾਰੀ ਚੀਜ਼ਾਂ ਦਾ ਸਾਰਿਆਂ ਨੂੰ ਸੋਚਣਾ ਪੈਣਾ, ਠੀਕ ਹੈ। ਤੇ ਸਾਫ਼ ਤੌਰ ਤੇ ਆਪਾਂ ਨੂੰ ਇਹ ਚੀਜ਼ ਹੌਲੀ ਹੌਲੀ ਖਤਮ ਹੀ ਕਰ ਦੇਣੀ ਚਾਹੀਦੀ, ਜਿਹਦੇ ਕਰਕੇ ਕਿ ਲੋਕਾਂ ਦੇ ਰਿਸ਼ਤੇ ਟੁੱਟ ਰਹੇ ਨੇ ਤੇ ਲੋਕ ਦੇ ਦਿਮਾਗ ਦੇ ਵਿੱਚ ਜੇ ਕੁਝ ਹੋਰ ਚੀਜ਼ਾਂ ਭਰੀਆਂ ਜਾ ਰਹੀਆਂ ਤੇ ਇਹਦੇ ਕਰਕੇ ਜੋ ਕਿ ਘਰ ਦੇ ਵਿੱਚ ਕਲੇਸ਼ ਵਗੈਰਾ, ਘਰ ਦੇ ਵਿੱਚ ਲੜਾਈਆਂ ਵਗੈਰਾ ਬਹੁਤ ਜ਼ਿਆਦਾ ਹੁੰਦੀਆਂ ਨੇ, ਠੀਕ ਹੈ। ਤਾਂ ਕਰਕੇ ਤੁਸੀਂ ਜੜ ਨੂੰ ਹੀ ਖਤਮ ਕਰੋਗੇ ਤਾਂ ਹੀ ਅੱਗੇ ਤੋਂ ਅੱਗੇ ਵਧੀਆ ਹੋਊਗਾ। ਇਹ ਜੜ ਇਹੀ ਹੈ ਕਿ ਰਿਸ਼ਤੇ ਦੀ ਸ਼ੁਰੂਆਤ ਹੀ ਜੇ ਤੁਹਾਡੀ ਦਾਜ ਤੋਂ ਹੋਈ ਜਾਂ ਫਿਰ ਐਸੇ ਮੰਗਾਂ ਤੋਂ ਸ਼ੁਰੂ ਹੋਈ, ਫਿਰ ਅੱਗੇ ਜਾ ਕੇ ਤਾਂ ਪਤਾ ਹੀ ਹੈ ਕਿ ਇਹੋ ਜਿਹੀ ਕੋਈ ਪ੍ਰੋਬਲਮ ਆਣੀ ਹੈ। ਹਾਂਜੀ, ਤਾਂ ਕਰਕੇ ਤੁਹਾਨੂੰ ਪਿੱਛੋਂ ਹੀ ਰਿਸ਼ਤੇ ਆਪਣੇ ਵਧੀਆ ਕਰਨੇ ਪੈਣੇ ਆ, ਸਾਫ਼ ਸੱਚੇ ਤੇ ਵਧੀਆ ਕਰਨੇ ਪੈਣੇ ਆ। ਬਿਲਕੁਲ, ਜੇਕਰ ਅਜਿਹਾ ਰਿਸ਼ਤਾ ਕੋਈ ਹੋ ਵੀ ਜਾਂਦਾ ਵਿਆਹ ਤੋਂ ਬਾਅਦ ਵੀ ਪਤਾ ਲੱਗਦਾ ਤਾਂ ਪਹਿਲਾਂ ਤਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਚੀਜ਼ਾਂ ਦੀ ਨਹੀਂ, ਇਨਸਾਨ ਦੀ ਕੀਮਤ ਹੁੰਦੀ ਹੈ। ਚੀਜ਼ਾਂ ਦੀ ਕਦਰ ਇੰਨੀ ਨਾ ਕਰੋ, ਇਨਸਾਨ ਦੀ ਕਦਰ ਕਰੋ। ਅਜਿਹੀ ਕੋਈ ਵੀ ਗੱਲ, ਕੋਈ ਵੀ ਮੁਸ਼ਕਿਲ ਨਹੀਂ ਹੈ ਜਿਹੜੀ ਕਿਸੇ ਦੇ ਵੀ ਘਰ ਦੇ ਵਿੱਚ ਨਾ ਹੋਵੇ। ਹਰੇਕ ਦੀਆਂ ਮੁਸੀਬਤਾਂ, ਹਰੇਕ ਦੀਆਂ ਸਮੱਸਿਆਵਾਂ, ਹਰੇਕ ਦੇ ਸੁੱਖ ਅਤੇ ਦੁੱਖ ਇੱਕੋ ਜਿਹੇ ਹੀ ਹੁੰਦੇ ਨੇ। ਪਰ ਜੇਕਰ ਕੁਝ ਲੋਕ ਫਿਰ ਵੀ ਕਹਿੰਦੇ ਨੇ ਕਿ ਨਹੀਂ, ਉਹਨਾਂ ਦੇ ਘਰ ਤਾਂ ਅਜਿਹੀਆਂ ਗੱਲਾਂ ਹੁੰਦੀਆਂ ਹੀ ਨਹੀਂ, ਸਾਰੇ ਕਿਤੇ ਸਭ ਕੁਝ ਹੋ ਰਿਹਾ, ਪਰ ਜਿਹੜੇ ਲੋਕੀ ਸਮਝਦਾਰੀ ਦੇ ਨਾਲ ਕਿਸੇ ਵੀ ਗੱਲ ਨੂੰ ਲੰਘਾ ਦਿੰਦੇ ਨੇ ਉਹ ਖੁਸ਼ ਰਹਿ ਪਾਉਂਦੇ ਨੇ ਤੇ ਜਿਹੜੇ ਨਹੀਂ ਲੰਘਾ ਪਾਉਂਦੇ ਉਹ ਦੁੱਖ ਦੇ ਵਿੱਚ ਹੀ ਆਪਣੀ ਜ਼ਿੰਦਗੀ ਕੱਢ ਰਹੇ ਨੇ। ਫਿਲਹਾਲ ਇਹਨਾਂ ਸਾਰੀਆਂ ਗੱਲਾਂ ਤੇ ਗੱਲਬਾਤ ਕਰਨਾ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਜੇਕਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲਾਪਰਵਾਹੀ ਵਰਤੀ ਜਾਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਉਹ ਵੱਡੀ ਸਮੱਸਿਆ ਬਣ ਕੇ ਉੱਭਰਦੀਆਂ ਨੇ ਅਤੇ ਕਈ ਵਾਰ ਤਾਂ ਉਹ ਜਾਨ ਤੱਕ ਲੈ ਲੈਂਦੀਆਂ ਨੇ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ। ਧੰਨਵਾਦ।